ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1060 ਦੀ ਵਿਆਖਿਆ ਕਰ ਰਹੇ ਸੀ। ਵਿਆਖਿਆ ਕਰਦੇ ਸਮੇਂ ਕੁਝ ਟੈਕਨੀਕਲ ਇਸ਼ੂਜ਼ ਦੇ ਕਾਰਨ ਇਹ ਵਿਆਖਿਆ ਅਸੀਂ ਪੂਰੀ ਸਮਾਪਤ ਨਹੀਂ ਕਰ ਸਕੇ, ਤਾਂ ਅਸੀਂ ਇਸ ਨੂੰ ਅੱਜ ਕੰਟੀਨਿਊ ਕਰਦੇ ਹਾਂ। ਹੇ ਸੱਚੇ ਪਾਤਸ਼ਾਹ ਜੀ, ਵਿਆਖਿਆ ਕਰਨ ਸਮੇਂ ਜੋ ਵੀ ਭੁੱਲਾਂ ਚੁੱਕਾਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾफ़ ਕਰਨਾ ਅਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਰੂ ਮਹੱਲਾ ਤੀਜਾ। ਆਦਿ ਯੁਗਾਦ ਦਿਆਪਤ ਦਾਤਾ, ਪੂਰੇ ਗੁਰ ਕੇ ਸ਼ਬਦ ਪਛਾਤਾ। ਤੁਧਨੋ ਸੇਵੇ ਸੇ ਤੁਝੇ ਸਮਾਵੇ, ਤੂੰ ਆਪੇ ਮੇਲ ਮਿਲਾਏ ਦਾ। ਅਗਮ ਅਗੋਚਰ ਕੀਮਤ ਨਹੀਂ ਪਾਈ, ਜੀ ਜੰਤ ਤੇਰੀ ਸਰਨਾਈ। ਜੋ ਤੁਧ ਭਾਵੇ ਤਿਵੇਂ ਚਲਾਵੇ, ਤੂੰ ਆਪੇ ਮਾਰਗ ਪਾਏ ਦਾ। ਹੈ ਵੀ ਸਾਚਾ ਹੋਸੀ ਸੋਈ, ਆਪੇ ਸਾਜੇ ਅਵਰ ਨਾ ਕੋਈ। ਸਭਨਾ ਸਾਰ ਕਰੇ ਸੁਖ ਦਾਤਾ, ਆਪੇ ਰਿਜਕ ਪਹੁੰਚਾਏ ਦਾ। ਅਗਮ ਅਗੋਚਰ ਅਲਖ ਅਪਾਰਾ, ਕੋਏ ਨਾ ਜਾਣੇ ਤੇਰਾ ਪਰਵਾਰਾ। ਆਪਣਾ ਆਪ ਪਛਾਣੇ ਆਪੇ, ਗੁਰਮਤੀ ਆਪ ਬੁਝਾਏ ਦਾ। ਅਸੀਂ ਕੱਲ੍ਹ ਇੱਥੋਂ ਤੱਕ ਵਿਆਖਿਆ ਕੀਤੀ ਸੀ। ਹੁਣ ਅਸੀਂ ਇਸ ਦੀ ਅੱਜ ਸਮਾਪਤੀ ਕਰਦੇ ਹਾਂ। ਅਗਮ ਅਗੋਚਰ ਅਲਖ ਅਪਾਰਾ, ਤੈਨੂੰ ਜਾਣਿਆ ਨਹੀਂ ਜਾ ਸਕਦਾ। ਹੇ ਸੱਚੇ ਪਾਤਸ਼ਾਹ, ਤੈਨੂੰ ਜਾਣਿਆ ਨਹੀਂ ਜਾ ਸਕਦਾ। ਅਗੋਚਰ, ਤੈਨੂੰ ਵੇਖਿਆ ਵੀ ਨਹੀਂ ਜਾ ਸਕਦਾ। ਅਲਖ ਅਪਾਰਾ, ਤੂੰ ਅਲਖ ਹੈ, ਤੂੰ ਬੇਅੰਤ ਹੈ। ਕੋਈ ਨਾ ਜਾਣੇ ਤੇਰਾ ਪਰਵਾਰਾ, ਕੋਈ ਜੀਵ ਤੇਰਾ ਆਰ ਪਾਰ ਨਹੀਂ ਜਾਣਦਾ। ਆਪਣਾ ਆਪ ਪਛਾਣੇ ਆਪੇ, ਗੁਰਮਤੀ ਆਪ ਬੁਝਾਏ ਦਾ। ਆਪਣੇ ਆਪ ਨੂੰ ਤੂੰ ਆਪ ਹੀ ਸਮਝਦਾ ਹੈ। ਆਪਣਾ ਆਪ ਪਛਾਣੇ ਆਪੇ, ਤੂੰ ਆਪਣੇ ਆਪ ਨੂੰ ਆਪ ਹੀ ਸਮਝਦਾ ਹੈ। ਆਪੇ ਗੁਰਮਤੀ, ਆਪਣਾ ਆਪ ਪਛਾਣੇ ਆਪੇ, ਗੁਰਮਤੀ ਆਪ ਬੁਝਾਏ ਦਾ। ਗੁਰੂ ਦੀ ਸਿੱਖਿਆ ਦੇ ਕੇ ਤੂੰ ਆਪ ਹੀ ਜੀਵਾਂ ਨੂੰ ਸਮਝਾਉਂਦਾ ਹੈ। ਤੂੰ ਸੇਧ ਦੇਣ ਵਾਲਾ ਵੀ ਆਪ ਹੀ ਹੈ। ਪਤਾਲ ਪੁਰੀਆ ਲੋ ਆਕਾਰਾ, ਤਿਸ ਵਿੱਚ ਵਰਤੇ ਹੁਕਮ ਕਰਾਰਾ। ਪਤਾਲ ਪੁਰੀਆਂ, ਮੰਡਲਾਂ ਅਤੇ ਇਸ ਸੰਸਾਰ ਵਿੱਚ ਪਰਮੇਸ਼ਵਰ ਦਾ ਹੀ ਸਖਤ ਹੁਕਮ ਚੱਲ ਰਿਹਾ ਹੈ। ਤਿਸ ਵਿੱਚ ਵਰਤੇ ਹੁਕਮ ਕਰਾਰਾ, ਪਰਮੇਸ਼ਵਰ ਦਾ ਹੀ ਹੁਕਮ ਚੱਲ ਰਿਹਾ ਹੈ। ਜੋ ਅੱਜ ਕੱਲ੍ਹ ਦੀ ਮਹਾਂਮਾਰੀ ਫੈਲੀ ਹੋਈ ਹੈ, ਉਸ ਵਿੱਚ ਵੀ ਪਰਮੇਸ਼ਵਰ ਦਾ ਹੀ ਹੁਕਮ ਚੱਲ ਰਿਹਾ ਹੈ। ਕਿਸ ਬੰਦੇ ਦੇ ਸਵਾਸ ਕਿੰਨੇ ਹੈ, ਇਹ ਜਾਣ ਕੇ ਸਾਨੂੰ ਦੁੱਖ ਹੁੰਦਾ ਹੈ ਕਿ ਕੋਈ ਬੰਦਾ ਸਾਨੂੰ ਇੰਨੀ ਜਲਦੀ ਛੋਟੀ ਉਮਰ ਹੀ ਸਾਨੂੰ ਵਿਛੋੜਾ ਦੇ ਕੇ ਚਲਾ ਗਿਆ। ਪਰ ਕੁਝ ਵੀ ਸਾਡੇ ਹੱਥ ਵਿੱਚ ਨਹੀਂ ਹੈ। ਇਹ ਸਭ ਕੁਝ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਹੀ ਚੱਲ ਰਿਹਾ। ਜੀਵ ਪਰਮਾਤਮਾ ਦੇ ਹੁਕਮ ਦਾ ਬੱਧਾ ਹੋਇਆ ਹੀ ਇਸ ਸੰਸਾਰ ਵਿੱਚ ਆਉਂਦਾ ਹੈ ਅਤੇ ਜਿੰਨੇ ਉਸ ਦੇ ਸਵਾਸਾਂ ਦੀ ਪੂੰਜੀ ਹੁੰਦੀ ਹੈ ਉਸ ਨੂੰ ਇੱਥੇ ਖਤਮ ਕਰਦਾ ਹੈ ਅਤੇ ਉਸ ਦੇ ਹੁਕਮ ਨਾਲ ਹੀ ਉਸ ਦੇ ਵਿੱਚ ਲੀਨ ਹੋ ਜਾਂਦਾ ਹੈ। ਅਤੇ ਇਸ ਤਰ੍ਹਾਂ ਗੁਰੂ ਜੀ ਦਾ ਹੀ ਇਹ ਹੁਕਮ ਸਾਰੇ ਸੰਸਾਰ ਵਿੱਚ ਚੱਲ ਰਿਹਾ ਹੈ। ਤਿਸ ਵਿੱਚ ਵਰਤੇ ਹੁਕਮ ਕਰਾਰਾ, ਹੁਕਮੇ ਸਾਜੇ ਹੁਕਮੇ ਢਾਹੇ। ਉਹ ਅਕਾਲ ਪੁਰਖ ਆਪਣੇ ਹੁਕਮ ਮੁਤਾਬਕ ਪੈਦਾ ਕਰਨ ਵਾਲਾ ਹੈ। ਸਾਜੇ, ਆਪਣੇ ਹੁਕਮ ਮੁਤਾਬਕ ਪੈਦਾ ਕਰਦਾ ਹੈ। ਹੁਕਮੇ ਢਾਹੇ, ਹੁਕਮ ਵਿੱਚ ਹੀ ਤਬਾਹ ਕਰਨ ਵਾਲਾ ਹੈ। ਹੁਕਮੇ ਮੇਲ ਮਿਲਾਏ ਦਾ, ਤੇ ਹੁਕਮ ਅਨੁਸਾਰ ਹੀ ਮਿਲਾਉਂਦਾ ਹੈ। ਉਹ ਸਾਨੂੰ ਸਹੀ ਸੂਝ ਦੇ ਕੇ ਹੀ ਹੁਕਮ ਦੇ ਅਨੁਸਾਰ ਹੀ ਸਾਨੂੰ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। ਹੁਕਮੇ ਬੂਝੇ ਸੋ ਹੁਕਮ ਸਲਾਹੇ, ਅਗਮ ਅਗੋਚਰ ਵੇ ਪਰਵਾਹੇ। ਹੇ ਸਮਝ ਤੋਂ ਪਰੇ ਅਗਮ, ਹੇ ਸਮਝ ਤੋਂ ਪਰੇ ਅਗੋਚਰ, ਹੇ ਅਦ੍ਰਿਸ਼ਟ ਜਿਸ ਨੂੰ ਅਸੀਂ ਦੇਖ ਨਹੀਂ ਸਕਦੇ, ਵੇ ਪਰਵਾਹੇ, ਹੇ ਬੇਪਰਵਾਹ। ਹੁਕਮੇ ਬੂਝੇ ਸੋ ਹੁਕਮ ਸਲਾਹੇ, ਜਿਹੜਾ ਮਨੁੱਖ ਤੇਰੇ ਹੁਕਮ ਨੂੰ ਸਮਝ ਲੈਂਦਾ ਹੈ ਉਹ ਤੇਰੇ ਹੁਕਮ ਦੀ ਪ੍ਰਸ਼ੰਸਾ ਕਰਦਾ ਹੈ। ਜੋ ਸਮਝ ਬੂਝੇ, ਜੋ ਸਮਝ ਲੈਂਦਾ ਹੈ, ਸਲਾਹੇ, ਉਹ ਤੇਰੀ ਹੀ ਪ੍ਰਸ਼ੰਸਾ ਕਰਦਾ ਹੈ। ਅਗਮ ਅਗੋਚਰ ਵੇ ਪਰਵਾਹੇ, ਜਿਹੀ ਮਤ ਦੇ ਸੋ ਹੋਵੇ, ਤੂੰ ਆਪੇ ਸ਼ਬਦ ਬੁਝਾਏ ਦਾ। ਹੇ ਨਿਰੰਕਾਰ, ਤੂੰ ਜਿਹੋ ਜਿਹੀ ਸਮਝ ਕਿਸੇ ਮਨੁੱਖ ਨੂੰ ਦਿੰਦਾ ਹੈ, ਤੂੰ ਜਿਹੀ ਮਤ ਦੇ, ਜਿਹੋ ਜਿਹੀ ਸਮਝ ਦਿੰਦਾ ਹੈ ਸੋ ਹੋਵੇ, ਉਹ ਉਹੋ ਜਿਹਾ ਹੀ ਬਣ ਜਾਂਦਾ ਹੈ। ਜਿਹੋ ਜਿਹੀ ਸਮਝ ਦਿੰਦਾ, ਅਗਰ ਤੂੰ ਸਮਝ ਦਿੰਦਾ ਹੈ ਕਿ ਉਹ ਸਿਆਣਾ ਬਣ ਜਾਏ, ਉਹ ਸਿਆਣਾ ਬਣ ਜਾਂਦਾ ਹੈ।
ਅਗਰ ਤੂੰ ਸਮਝ ਦਿੰਦਾ ਹੈ ਕਿ ਉਹ ਬੇਵਕੂਫ ਹੋ ਜਾਏ ਤਾਂ ਬੇਵਕੂਫ ਬਣ ਜਾਂਦਾ ਹੈ। ਜਿਹੋ ਜੀ ਸਮਝ ਦਿੰਦਾ ਹੈ ਉਹ ਉਸੇ ਅਨੁਸਾਰ ਹੀ ਢਲ ਜਾਂਦਾ ਹੈ। ਤੂੰ ਆਪੇ ਸ਼ਬਦ ਬੁਝਾਏਦਾ, ਤੂੰ ਆਪ ਗੁਰੂ ਸ਼ਬਦ ਦੀ ਰਾਹੀਂ ਸੂਝ ਬਖਸ਼ਦਾ ਹੈ। ਅਨਦਿਨ ਆਰਜਾ ਛਿਜਦੀ ਜਾਏ, ਰੈਣ ਦਿਨਸ ਦੋਏ ਸਾਖੀ ਆਏ। ਰਾਤ ਅਤੇ ਦਿਨ, ਰੈਣ ਦਿਨਸ ਰਾਤ ਅਤੇ ਦਿਨ, ਦੋਵੇਂ ਸਾਖੀ ਆਏ, ਇਹ ਦੋਵੇਂ ਇਸ ਗੱਲ ਦੇ ਗਵਾਹ ਹਨ। ਕਿਸ ਗੱਲ ਦੇ ਗਵਾਹ ਹਨ? ਕਿ ਅਨਦਿਨ ਆਰਜਾ ਛਿਜਦੀ ਜਾਏ, ਕਿ ਹਰ ਰੋਜ਼ ਮਨੁੱਖ ਦੀ ਉਮਰ ਘਟਦੀ ਜਾਂਦੀ ਹੈ। ਛਿਜਦੀ ਜਾਏ, ਮਨੁੱਖ ਦੀ ਉਮਰ ਘਟਦੀ ਜਾਂਦੀ ਹੈ। ਮਨਮੁਖ ਅੰਧ ਨਾ ਚੇਤੇ ਮੂੜਾ, ਸਿਰ ਉੱਪਰ ਕਾਲ ਰੁਆਏ ਦਾ। ਮਨਮੁਖ ਅੰਨਾ ਬੰਦਾ, ਮਨਮੁਖ ਅੰਨਾ ਬੰਦਾ ਨਾ ਚੇਤੇ ਮੂੜਾ, ਇਸ ਗੱਲ ਨੂੰ ਚੇਤੇ ਨਹੀਂ ਕਰਦਾ। ਸਿਰ ਉੱਪਰ ਕਾਲ ਰੁਆਏ ਦਾ, ਕਿ ਉਸ ਮੂਰਖ ਉੱਪਰ ਮੌਤ ਦਾ ਡਰ ਟਿਕਿਆ ਰਹਿੰਦਾ ਹੈ। ਮਨ ਤਨ ਸੀਤਲ ਗੁਰ ਚਰਨੀ ਲਾਗਾ, ਜਿਹੜਾ ਮਨੁੱਖ ਗੁਰੂ ਦੀ ਚਰਨੀ ਜੁੜਦਾ ਹੈ ਉਸ ਦਾ ਮਨ ਤਨ ਸ਼ਾਂਤ ਹੋ ਜਾਂਦਾ ਹੈ। ਮਨ ਤਨ ਸੀਤਲ ਸ਼ਾਂਤ ਹੋ ਜਾਂਦਾ ਹੈ। ਅੰਤਰ ਭਰਮ ਗਿਆ ਪੋ ਭਾਗਾ, ਉਸਦੇ ਅੰਦਰੋਂ ਵਹਿਮ ਤੇ ਸੰਸਾਰੀ ਡਰ ਦੂਰ ਹੋ ਜਾਂਦਾ ਹੈ। ਅੰਦਰੋਂ ਭਰਮ ਗਿਆ, ਜੋ ਵੀ ਵਹਿਮ ਹਨ ਉਹ ਖਤਮ ਹੋ ਜਾਂਦੇ ਹਨ। ਪੋ ਡਰ ਦੂਰ ਹੋ ਜਾਂਦਾ ਹੈ, ਭਾਗਾ ਦੂਰ ਹੋ ਜਾਂਦਾ ਹੈ। ਸਦਾ ਆਨੰਦ ਸੱਚੇ ਗੁਣ ਗਾਵੇ, ਸੱਚ ਬਾਣੀ ਬੁਲਾਏ ਦਾ। ਉਹ ਸਦਾ ਆਨੰਦ ਪੂਰਵਕ ਪਰਮਾਤਮਾ ਦੇ ਗੁਣ ਗਾਉਂਦਾ ਹੈ। ਸੱਚੇ ਗੁਣ ਗਾਵੇ, ਪਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਪ੍ਰਭੂ ਉਸ ਕੋਲੋਂ ਸੱਚੀ ਬਾਣੀ ਉਚਾਰਦਾ ਹੈ। ਸੱਚ ਬਾਣੀ ਬੁਲਾਏ ਦਾ, ਤੇ ਪ੍ਰਭੂ ਪਰਮਾਤਮਾ ਸੱਚੇ ਪਾਤਸ਼ਾਹ ਆਪਣੇ ਹੁਕਮ ਅਨੁਸਾਰ ਹੀ ਉਸ ਕੋਲੋਂ ਸੱਚੀ ਬਾਣੀ ਬੁਲਾਉਂਦਾ ਹੈ, ਉਚਾਰਦਾ ਹੈ। ਜਿੰਤੂ ਜਾਤਾ ਕਰਮ ਵਿਦਾਤਾ, ਜਿੰਤੂ ਜਾਤਾ ਕਰਮ ਵਿਦਾਤਾ, ਪੂਰੇ ਭਾਗ ਗੁਰ ਸ਼ਬਦ ਪਛਾਤਾ। ਹੇ ਨਸੀਬ ਬਣਾਉਣ ਵਾਲੇ, ਪੂਰੇ ਭਾਗ, ਹੇ ਨਸੀਬ ਬਣਾਉਣ ਵਾਲੇ, ਜਿਸ ਮਨੁੱਖ ਨੇ ਤੇਰੀ ਮਹਾਨਤਾ ਨੂੰ ਸਮਝ ਲਿਆ ਹੈ, ਜਿਸ ਮਨੁੱਖ ਨੂੰ ਤੇਰੀ ਮਹਾਨਤਾ ਨੇ ਸਮਝ ਲਿਆ ਹੈ, ਵੱਡੇ ਭਾਗਾਂ ਨਾਲ ਗੁਰੂ ਦੇ ਉਪਦੇਸ਼ ਰਾਹੀਂ ਉਸਨੇ ਤੇਰੀ ਵਡਿਆਈ ਨੂੰ ਪਛਾਣ ਲਿਆ ਹੈ। ਪੂਰੇ ਭਾਗ ਗੁਰੂ ਸ਼ਬਦ ਪਛਾਤਾ, ਉਹ ਪੂਰੇ ਭਾਗ ਮਤਲਬ ਕਿ ਉਹ ਵੱਡੇ ਭਾਗਾਂ ਵਾਲਾ ਹੈ। ਉਸਨੇ ਵੱਡੇ ਭਾਗਾਂ ਨਾਲ ਹੀ ਗੁਰੂ ਦੇ ਉਪਦੇਸ਼ ਰਾਹੀਂ ਉਸ ਦੀ ਵਡਿਆਈ ਨੂੰ ਪਛਾਣ ਲਿਆ ਹੈ। ਗੁਰ ਸ਼ਬਦ ਪਛਾਤਾ। ਜਤ ਪਤ ਸੱਚ ਸੱਚਾ, ਸੱਚ ਸੋਈ, ਹਉਮੈ ਮਾਰ ਮਿਲਾਏ ਦਾ। ਜੋ ਹਉਮੈ ਨੂੰ ਛੱਡ ਕੇ ਨਿਰੰਕਾਰ ਦੇ ਸਿਮਰਨ ਵਿੱਚ ਜੁੜ ਜਾਂਦਾ ਹੈ, ਜੋ ਹਉਮੈ ਨੂੰ ਮਾਰ ਕੇ, ਹਉਮੈ ਮਾਰ ਮਿਲਾਏ ਦਾ, ਨਿਰੰਕਾਰ ਦੇ ਸਿਮਰਨ ਵਿੱਚ ਜੁੜ ਜਾਂਦਾ ਹੈ, ਉਹ ਕੀ ਹੈ? ਜਤ ਪਤ ਸੱਚ ਸੱਚਾ, ਸੱਚ ਸੋਈ, ਉਸ ਦੀ ਉੱਚੀ ਜਾਤ ਹੈ, ਉਸ ਦੀ ਪਤ, ਉਸ ਦੀ ਇੱਜ਼ਤ ਹੈ। ਉਹ ਮਨੁੱਖ ਸੱਚ ਦਾ ਧਾਰਨੀ ਹੈ। ਸੱਚ ਸੱਚਾ, ਸੱਚ ਸੋਈ। ਮਨ ਕਠੋਰ ਦੂਜੇ ਭਾਏ ਲਾਗਾ, ਭਰਮੇ ਭੂਲਾ ਫਿਰੇ ਅਭਾਗਾ। ਮਨ ਕਠੋਰ ਦੂਜੇ ਭਾਏ ਲਾਗਾ, ਜਿਸ ਦਾ ਮਨ ਕਠੋਰ ਹੁੰਦਾ ਹੈ, ਜੋ ਸੰਸਾਰੀ ਮੌਜਾਂ ਵਿੱਚ ਜੁੜਿਆ ਰਹਿੰਦਾ ਹੈ। ਦੂਜੇ ਭਾਏ ਲਾਗਾ ਮਤਲਬ ਦੂਜੇ ਕੰਮ ਹੀ, ਸੰਸਾਰਿਕ ਕੰਮ ਕਾਰ ਵਿਹਾਰ ਵਿੱਚ ਹੀ ਜੁੜਿਆ ਰਹਿੰਦਾ ਹੈ। ਭਰਮੇ ਭੂਲਾ ਫਿਰੇ ਅਭਾਗਾ, ਇਹੋ ਜਿਹਾ ਬਦਨਸੀਬ ਬੰਦਾ ਵਹਿਮਾਂ ਭੁਲੇਖਿਆਂ ਵਿੱਚ ਫਸਿਆ ਰਹਿੰਦਾ ਹੈ। ਭਰਮੇ ਭੂਲਾ ਫਿਰੇ ਅਭਾਗਾ, ਅਭਾਗਾ ਉਹ ਬਦਨਸੀਬ ਬੰਦਾ ਹੈ, ਉਹ ਵਹਿਮਾਂ ਭੁਲੇਖਿਆਂ ਵਿੱਚ ਹੀ, ਵਹਿਮਾਂ ਵਿੱਚ ਭੁਲੇਖਿਆਂ ਵਿੱਚ ਹੀ ਫਸਿਆ ਰਹਿੰਦਾ ਹੈ। ਕਰਮ ਹੋਵੇ ਤਾਂ ਸਤਿਗੁਰ ਸੇਵੇ, ਸਹਿਜੇ ਹੀ ਸੁਖ ਪਾਏ ਦਾ। ਪਰ ਜੇ ਉਸ ਉੱਪਰ ਮਿਹਰ ਹੋ ਜਾਏ ਤਾਂ ਉਹ ਸਤਿਗੁਰ ਦੀ ਸੇਵਾ ਕਰਦਾ ਹੈ। ਕਰਮ ਹੋਵੇ, ਉਸ ਦੀ ਮਿਹਰ ਹੋ ਜਾਵੇ ਤਾਂ ਉਹ ਸਤਿਗੁਰ ਸੇਵੇ, ਸਤਿਗੁਰ ਦੀ ਸੇਵਾ ਕਰਦਾ ਹੈ। ਸਹਿਜੇ ਹੀ ਸੁਖ ਪਾਏ ਦਾ, ਸੁਭਾਵਿਕ ਹੀ, ਆਸਾਨੀ ਨਾਲ ਹੀ ਉਸਨੂੰ ਸੁੱਖ ਹਾਸਲ ਹੋ ਜਾਂਦਾ, ਉਸਨੂੰ ਕੋਈ ਵੀ ਜ਼ਿਆਦਾ ਯਤਨ ਨਹੀਂ ਕਰਨੇ ਪੈਂਦੇ। ਪਰ ਉਸਦੀ ਮਿਹਰ ਜ਼ਰੂਰੀ ਹੈ। ਅਗਰ ਉਸਦੀ ਮਿਹਰ ਹੋਏਗੀ ਤਾਂ ਹੀ ਉਹ ਇਹ ਉਸਦੇ ਸਤਿਗੁਰ ਦੀ ਸੇਵਾ ਕਰਕੇ ਸਹਿਜ ਹੀ ਸੁੱਖ ਪ੍ਰਾਪਤ ਕਰ ਸਕਦਾ ਹੈ। ਲੱਖ 84 ਆਪ ਉਪਾਏ, ਉਸ ਅਕਾਲ ਪੁਰਖ ਨੇ 84 ਲੱਖ ਜੂਨਾਂ ਦੇ ਜੀਵ ਪੈਦਾ ਕੀਤੇ ਹਨ।
ਮਾਨਸ ਜਨਮ ਗੁਰ ਭਗਤ ਦਿੜਾਏ। ਮਨੁੱਖਾ ਜਨਮ ਵਿੱਚ ਗੁਰੂ ਪਰਮਾਤਮਾ ਦੀ ਭਗਤੀ ਵਾਸਤੇ ਤਾਕੀਦ ਕਰਦਾ ਹੈ। ਮਾਨਸ ਜਨਮ ਗੁਰ ਭਗਤ ਦਿੜਾਏ। ਜਦੋਂ ਇਹ ਮਾਨਸ ਜਨਮ ਗੁਰੂ ਜੀ ਸਾਨੂੰ ਦਿੰਦੇ ਹਨ ਤਾਂ ਸਾਨੂੰ ਇਹ ਪੱਕਾ ਕਰਕੇ ਭੇਜਦੇ ਹਨ ਕਿ ਤੂੰ ਉੱਥੇ ਜਾ ਕੇ ਪਰਮਾਤਮਾ ਦੀ ਭਗਤੀ ਜ਼ਰੂਰ ਕਰੇਗਾ। ਬਿਨ ਭਗਤੀ ਵਿਸਟਾ ਵਿੱਚ ਵਾਸਾ, ਵਿਸਟਾ ਵਿੱਚ ਫਿਰ ਪਾਏਦਾ। ਪਰ ਅਸੀਂ ਤਾਂ ਉੱਥੋਂ ਇਹ ਵਾਅਦਾ ਕਰਕੇ ਆਉਂਦੇ ਹਾਂ ਕਿ ਤੂੰ ਇਹ ਸਾਨੂੰ ਅਨਮੋਲ ਦਾਤ ਬਖਸ਼ੀ ਹੈ ਜ਼ਿੰਦਗੀ ਦੀ 84 ਲੱਖ ਜੂਨਾਂ ਤੋਂ ਉਪਰੰਤ, ਤਾਂ ਅਸੀਂ ਤੇਰੀ ਭਗਤੀ ਕਰਾਂਗੇ। ਪਰ ਇੱਥੇ ਆ ਕੇ ਅਸੀਂ ਫਿਰ ਜੋ ਰੱਬ ਦੀ ਭਗਤੀ ਨਹੀਂ ਕਰਦਾ ਉਹ ਮਾੜੇ ਕੰਮਾਂ ਵਿੱਚ ਹੀ ਰੁੱਝਿਆ ਰਹਿੰਦਾ ਹੈ। ਅਸੀਂ ਫਿਰ ਮਾੜੇ ਕੰਮਾਂ ਵਿੱਚ ਹੀ ਰੁੱਝ ਜਾਂਦੇ ਹਾਂ ਤੇ ਬਿਨ ਭਗਤੀ ਵਿਸਟਾ ਵਿੱਚ ਵਾਸਾ, ਵਿਸਟਾ ਮਾੜੇ ਕੰਮਾਂ ਵਿੱਚ ਹੀ ਅਸੀਂ ਰੁੱਝ ਜਾਂਦੇ ਹਾਂ। ਵਿਸਟਾ ਵਿੱਚ ਫਿਰ ਪਾਏਦਾ, ਤੇ ਮੁੜ ਮਾੜੇ ਕੰਮ ਵੀ ਕਰਦੇ ਰਹਿੰਦੇ ਹਾਂ ਤੇ ਮੁੜ ਅਸੀਂ ਮਾੜੇ ਕਰਮ ਹੀ ਕਰਦੇ ਰਹਿੰਦੇ ਹਾਂ। ਕਰਮ ਹੋਵੇ ਗੁਰ ਭਗਤ ਦਿੜਾਏ। ਜਿਸ ਉੱਤੇ ਮਿਹਰ ਹੋਵੇ, ਕਰਮ ਹੋਵੇ ਗੁਰ ਭਗਤ ਦਿੜਾਏ, ਉਸ ਕੋਲੋਂ ਗੁਰੂ ਭਗਤੀ ਕਰਾਉਂਦਾ ਹੈ। ਵਿਣ ਕਰਮਾ ਕਿਉਂ ਪਾਇਆ ਜਾਏ। ਮਿਹਰ ਤੋਂ ਬਿਨਾਂ ਭਗਤੀ ਦੀ ਦਾਤ ਨਹੀਂ ਮਿਲ ਸਕਦੀ। ਇਹ ਭਗਤੀ ਦੀ ਦਾਤ ਵੀ ਉਸ ਪਰਮਾਤਮਾ ਦੇ ਮਿਹਰ ਸਦਕਾ ਹੀ ਮਿਲਦੀ ਹੈ। ਇਹ ਸਾਡੇ ਮਨ ਵਿੱਚ ਇਹ ਸਾਡੀ ਭਗਤੀ ਕਰਨ ਦੀ ਇੱਛਾ ਵੀ ਉਹ ਪਰਮਾਤਮਾ ਹੀ ਜਗਾਉਂਦਾ ਹੈ। ਇਸ ਤੋਂ ਬਿਨਾਂ ਅਸੀਂ ਭਗਤੀ ਵੀ ਨਹੀਂ ਕਰ ਸਕਦੇ, ਅਸੀਂ ਪਾਠ ਵੀ ਨਹੀਂ ਕਰ ਸਕਦੇ, ਸਾਡਾ ਮਨ ਭਟਕਦਾ ਰਹੇਗਾ। ਪਰ ਅਗਰ ਉਸ ਸੱਚੇ ਪਾਤਸ਼ਾਹ ਦੀ ਮਿਹਰ ਹੋਏਗੀ ਤਾਂ ਹੀ ਸਾਡਾ ਦਿਲ ਕਰੇਗਾ ਕਿ ਅਸੀਂ ਜਾ ਕੇ ਪਰਮਾਤਮਾ ਦੇ ਸਿਮਰਨ ਵਿੱਚ ਜੁੜੀਏ। ਆਪੇ ਕਰੇ ਕਰਾਏ ਕਰਤਾ, ਜੋ ਭਾਵੇ ਤਿਵੇਂ ਚਲਾਏ ਦਾ। ਸੋ ਕਰਤਾਰ ਆਪ ਹੀ ਸਭ ਕਰ ਰਿਹਾ ਹੈ ਤੇ ਜੀਵਾਂ ਪਾਸੋਂ ਵੀ ਉਹ ਆਪ ਹੀ ਸਭ ਕੁਝ ਕਰਾ ਰਿਹਾ ਹੈ। ਉਹ ਤਿਵੇਂ ਸੰਸਾਰ ਦੀ ਕਾਰ ਚਲਾਉਂਦਾ ਹੈ ਜਿਵੇਂ ਉਸ ਨੂੰ ਸਹੀ ਲੱਗਦਾ ਹੈ। ਆਪੇ ਕਰੇ ਕਰਾਏ ਕਰਤਾ, ਜੋ ਭਾਵੇ ਤਿਵੇਂ ਚਲਾਏ ਦਾ। ਸਿਮਰਤ ਸਾਸਤ ਅੰਤ ਨਾ ਜਾਣੇ। ਕੋਈ ਸਿਮਰਤੀਆਂ ਸ਼ਾਸਤਰ ਪੜ੍ਹਦਾ ਹੈ ਪਰ ਰੱਬ ਦਾ ਭੇਤ ਉਸ ਨੂੰ ਸਮਝ ਨਹੀਂ ਆਉਂਦਾ। ਮੂਰਖ ਅੰਧਾ ਤਤ ਨਾ ਪਛਾਣੇ। ਮੂਰਖ ਤੇ ਨਲਾਇਕ ਬੰਦਾ ਅਸਲੀਅਤ ਨੂੰ ਨਹੀਂ ਸਮਝਦਾ। ਤਤ ਨਾ ਪਛਾਣੇ, ਮੂਰਖ ਬੰਦਾ ਇਸ ਗੱਲ ਨੂੰ ਨਹੀਂ ਸਮਝ ਸਕਦਾ। ਆਪੇ ਕਰੇ ਕਰਾਏ ਕਰਤਾ, ਆਪੇ ਭਰਮ ਭੁਲਾਏ ਦਾ। ਸਾਰੇ ਚੋਜ ਉਹ ਕਰਤਾਰ ਆਪ ਹੀ ਕਰ ਰਿਹਾ ਹੈ ਤੇ ਆਪ ਜੀਵ ਨੂੰ ਭੁਲਾ ਦਿੰਦਾ ਹੈ। ਆਪੇ ਕਰੇ ਕਰਾਏ ਕਰਤਾ, ਆਪੇ ਭਰਮ ਭੁਲਾਏ ਦਾ। ਸਭ ਕੁਝ ਆਪੇ ਆਪ ਕਰਾਏ। ਉਹ ਅਕਾਲ ਪੁਰਖ ਆਪ ਹਰੇਕ ਕੰਮ ਜੀਵਾਂ ਪਾਸੋਂ ਕਰਾ ਰਿਹਾ ਹੈ। ਸਾਰੇ ਜੀਵਾਂ ਪਾਸੋਂ ਉਹ ਆਪ ਹੀ ਕਰਾ ਰਿਹਾ ਹੈ। ਆਪੇ ਸਿਰ ਧੰਦੇ ਲਾਏ। ਉਹ ਜੀਵਾਂ ਨੂੰ ਕੰਮ ਧੰਦਿਆਂ ਵਿੱਚ ਵੀ ਉਸ ਪਰਮਾਤਮਾ ਨੇ ਹੀ ਲਾਇਆ ਹੋਇਆ ਹੈ। ਇਸ ਸੰਸਾਰਿਕ ਕਾਰ ਵਿਹਾਰ ਵਿੱਚ ਵੀ ਉਹ ਸੱਚੇ ਪਾਤਸ਼ਾਹ ਨੇ ਹੀ ਲਾਇਆ ਹੋਇਆ ਹੈ। ਆਪੇ ਥਾਪ ਉਥਾਪੇ ਵੇਖੇ, ਗੁਰਮੁਖ ਆਪ ਬੁਝਾਏ ਦਾ। ਉਹ ਆਪ ਹੀ ਬਣਾਉਣ ਵਾਲਾ ਹੈ ਤੇ ਆਪ ਹੀ ਵਿਗਾੜਨ ਵਾਲਾ ਹੈ। ਆਪੇ ਥਾਪ ਉਥਾਪੇ ਵੇਖੇ, ਗੁਰਮੁਖ ਆਪ ਬੁਝਾਏ ਦਾ। ਆਪ ਸੰਭਾਲ ਕਰ ਰਿਹਾ ਹੈ ਤੇ ਗੁਰੂ ਰਾਹੀਂ ਆਪ ਹੀ ਜੀਵਨ ਦੀ ਸੋਝੀ ਦਿੰਦਾ ਹੈ। ਸੱਚਾ ਸਾਹਿਬ ਗਹਿਰ ਗੰਭੀਰਾ। ਉਹ ਪਰਮੇਸ਼ਵਰ ਜੋ ਸੱਚਾ ਮਾਲਕ ਹੈ। ਸੱਚਾ ਸਾਹਿਬ ਗਹਿਰ ਤੇ ਬਹੁਤ ਗਹਿਰ ਗੰਭੀਰਾ, ਸ਼ਾਂਤ ਦਿਲ ਤੇ ਵੱਡੇ ਦਿਲ ਵਾਲਾ ਹੈ। ਗਹਿਰ ਗੰਭੀਰਾ ਸਦਾ ਸਲਾਹੀ ਤਾਂ ਮਨ ਧੀਰਾ। ਜੇ ਸਦਾ ਉਸ ਦੀ ਪ੍ਰਸ਼ੰਸਾ ਕਰੀਏ, ਸਦਾ ਸਲਾਹੀ ਪ੍ਰਸ਼ੰਸਾ ਕਰੀਏ ਤਾਂ ਮਨ ਧੀਰਾ, ਤਾਂ ਮਨ ਨੂੰ ਹੌਸਲਾ ਮਿਲਦਾ ਹੈ। ਜਦੋਂ ਸਾਡਾ ਕੋਈ ਕੰਮ ਵਿਗੜ ਜਾਂਦਾ ਹੈ ਤਾਂ ਅਸੀਂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਜੁੜਦੇ ਹਾਂ, ਬੇਨਤੀ ਕਰਦੇ ਹਾਂ ਤੇ ਸਾਨੂੰ ਉਸੇ ਤਰ੍ਹਾਂ ਦਾ ਹੀ ਕਈ ਵਾਰੀ ਮੁੱਖ ਵਾਕ ਪੜ੍ਹਨ ਨੂੰ ਮਿਲਦਾ ਹੈ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸੱਚੇ ਪਾਤਸ਼ਾਹ ਸਾਡੇ ਦਿਲ ਦੀ ਗੱਲ ਸੁਣ ਰਹੇ ਹਨ ਤੇ ਸਾਨੂੰ ਸਹੀ ਸੇਧ ਦੇ ਰਹੇ ਹਨ ਤੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਕਿ ਹੁਣ ਮਨ ਟਿਕਾ ਵਿੱਚ ਆ ਜਾਂਦਾ ਹੈ। ਉਸੇ ਤਰ੍ਹਾਂ ਗੁਰੂ ਜੀ ਅਨੁਸਾਰ ਕਹਿ ਰਹੇ ਹਨ ਕਿ ਸਦਾ ਸਲਾਹੀ ਤਾਂ ਮਨ ਧੀਰਾ। ਅਗਰ ਉਸ ਦੀ ਸ਼ਰਨ ਵਿੱਚ ਅਸੀਂ ਪੈ ਜਾਂਦੇ ਹਾਂ ਤੇ ਸਾਡੇ ਦਿਲ ਨੂੰ ਸ਼ਾਂਤੀ ਮਿਲਦੀ ਹੈ, ਸਾਡੇ ਮਨ ਨੂੰ ਹੌਸਲਾ ਮਿਲਦਾ ਹੈ।
ਅਗਮ ਅਗੋਚਰ ਕੀਮਤ ਨਹੀਂ ਪਾਈ, ਗੁਰਮੁਖ ਮਨ ਵਸਾਏ ਦਾ। ਉਹ ਸਮਝ ਤੋਂ ਪਰੇ ਹੈ, ਅਗੋਚਰ ਹੈ, ਅਪ੍ਰਗਟ ਹੈ, ਦੇਖਿਆ ਨਹੀਂ ਜਾ ਸਕਦਾ। ਕੀਮਤ ਨਹੀਂ ਪਾਈ, ਕਿੰਨਾ ਵੱਡਾ ਹੈ ਇਹ ਕੋਈ ਨਹੀਂ ਦੱਸ ਸਕਦਾ। ਗੁਰਮੁਖ ਮਨ ਵਸਾਏ ਦਾ, ਬਸ ਗੁਰੂ ਦੀ ਸ਼ਰਨ ਪੈ ਕੇ ਹੀ ਉਸ ਨੂੰ ਮਨ ਵਿੱਚ ਵਸਾਉਣਾ ਚਾਹੀਦਾ ਹੈ। ਆਪ ਨਿਰਾਲਮ ਹੋਰ ਧੰਦੇ ਲੋਈ, ਗੁਰੂ ਦੀ ਮਿਹਰ ਸਦਕਾ ਕੋਈ ਵਿਰਲਾ ਹੀ ਇਸ ਭੇਤ ਨੂੰ ਸਮਝਦਾ ਹੈ। ਆਪ ਨਿਰਾਲਮ ਹੋਰ ਧੰਦੇ ਲੋਈ, ਗੁਰ ਪ੍ਰਸਾਦ ਬੂਝੇ ਕੋਈ ਵਿਰਲਾ ਹੀ ਇਸ ਭੇਤ ਨੂੰ ਸਮਝਦਾ ਹੈ ਕਿ ਹੋਰ ਸਾਰੀ ਲੁਕਾਈ ਕੰਮ ਧੰਦਿਆਂ ਵਿੱਚ ਫਸੀ ਹੋਈ ਹੈ। ਆਪ ਨਿਰਾਲਮ, ਪਰ ਉਹ ਅਕਾਲ ਪੁਰਖ ਆਪ ਸੰਸਾਰੀ ਧੰਦਿਆਂ ਤੋਂ ਨਿਰਲੇਪ ਹੈ। ਆਪ ਇਸ ਸੰਸਾਰੀ ਕੰਮਾਂ ਤੋਂ ਨਿਰਲੇਪ ਹੈ। ਹੋਰ ਧੰਦੇ ਲੋਈ, ਪਰ ਬਾਕੀ ਸਾਰੀ ਸ੍ਰਿਸ਼ਟੀ ਹੀ ਕੰਮ ਧੰਦਿਆਂ ਵਿੱਚ ਫਸੀ ਹੋਈ ਹੈ। ਗੁਰਪ੍ਰਸਾਦੀ ਬੂਝੇ ਕੋਈ, ਇਹ ਤਾਂ ਕੋਈ ਵਿਰਲਾ ਮਨੁੱਖ ਹੀ ਸਮਝ ਸਕਦਾ ਹੈ। ਨਾਨਕ ਨਾਮ ਵਸੇ ਘਟ ਅੰਤਰ, ਗੁਰਮਤੀ ਮੇਲ ਮਿਲਾਏ ਦਾ। ਗੁਰੂ ਨਾਨਕ ਜੀ ਕਥਨ ਕਰਦੇ ਹਨ ਕਿ ਗੁਰੂ ਦੀ ਸਿੱਖਿਆ ਦੁਆਰਾ ਜੇ ਰੱਬ ਦਾ ਨਾਮ ਦਿਲ ਵਿੱਚ ਆ ਵਸੇ, ਨਾਨਕ ਨਾਮ, ਰੱਬ ਦਾ ਨਾਮ ਵਸੇ ਘਟ ਅੰਤਰ, ਸਾਡੇ ਦਿਲ ਵਿੱਚ ਰੱਬ ਦਾ ਨਾਮ ਆ ਵਸੇ ਤਾਂ ਗੁਰਮਤੀ ਮੇਲ ਮਿਲਾਏ ਦਾ, ਤਾਂ ਉਹ ਆਪਣੇ ਚਰਨਾਂ ਨਾਲ ਮਿਲਾ ਲੈਂਦਾ ਹੈ। ਇਸ ਮੁੱਕਦੀ ਗੱਲ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਸ੍ਰਿਸ਼ਟੀ ਦਾ ਰਚਨਹਾਰ, ਸਭ ਕਰਨ ਕਰਾਵਨ ਹਾਰ ਪ੍ਰਭ ਸੋਏ, ਇਹ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਹੀ ਹੈ। ਮਨਮੁਖ ਬੰਦਾ ਇਹ ਸਮਝਦਾ ਹੈ ਕਿ ਉਹ ਆਪ ਹੀ ਸਭ ਕੁਝ ਕਰ ਰਿਹਾ ਹੈ, ਪਰ ਇਹ ਕੋਈ ਵਿਰਲਾ ਬੰਦਾ, ਕੋਈ ਗੁਰਮੁਖ ਵਿਰਲਾ ਬੰਦਾ ਹੀ ਸਮਝ ਸਕਦਾ ਹੈ ਕਿ ਸਭ ਕੁਝ ਉਸਦੇ ਹੁਕਮ ਅਨੁਸਾਰ ਹੀ ਚੱਲ ਰਿਹਾ ਹੈ। ਅਸੀਂ ਉਸਦੇ ਹੁਕਮ ਦੇ ਬੱਧੇ ਹੋਏ ਇੱਥੇ ਆਉਂਦੇ ਹਾਂ। ਉਸਦੇ ਹੁਕਮ ਦੇ ਅਨੁਸਾਰ ਹੀ ਉਹਨਾਂ ਨੇ ਸਾਰੇ ਜੀਵਾਂ ਨੂੰ ਸੰਸਾਰਿਕ ਕਾਰ ਵਿਹਾਰ ਵਿੱਚ ਲਾਇਆ ਹੋਇਆ ਹੈ। ਪਰ ਸਾਨੂੰ ਇਹ ਬੇਨਤੀ ਕਰਨੀ ਚਾਹੀਦੀ ਹੈ ਸੱਚੇ ਪਾਤਸ਼ਾਹ ਜੀ ਕਿ ਅਸੀਂ ਕਾਰ ਵਿਹਾਰ ਕਰਦੇ ਹੋਏ ਵੀ ਅਸੀਂ ਤੈਨੂੰ ਕਦੀ ਵੀ ਨਾ ਭੁੱਲੀਏ ਅਤੇ ਅਸੀਂ ਤੇਰੇ ਕੋਲ ਆ ਕੇ ਅਸੀਂ ਤੇਰੇ ਕੋਲ ਆਈਏ ਅਤੇ ਆਪਣੇ ਮਨ ਨੂੰ ਵੀ ਆਪਣੇ ਸ਼ੁੱਧ ਕਰੀਏ, ਨਿਰਮਲ ਬਣਾਈਏ। ਕਿਉਂਕਿ ਜਦੋਂ ਮਨੁੱਖ ਪਰਮਾਤਮਾ ਦੀ ਸ਼ਰਨ ਵਿੱਚ ਆਉਂਦਾ ਹੈ ਤਾਂ ਪਰਮਾਤਮਾ ਆਪ ਹੀ ਉਸਦੀ ਸਹਾਇਤਾ ਕਰਦਾ ਹੈ। ਉਹ ਆਪ ਹੀ ਉਸ ਮਨੁੱਖ ਦੀਆਂ ਸਾਰੀਆਂ ਮੁਸੀਬਤਾਂ ਨੂੰ ਇੱਕ ਜਾਦੂ ਦੀ ਤਰ੍ਹਾਂ ਦੂਰ ਕਰ ਦਿੰਦਾ ਹੈ ਕਿ ਮਨੁੱਖ ਵੀ ਅਚਰਜ ਹੋ ਜਾਂਦਾ ਹੈ ਕਿ ਇਹ ਹੋਇਆ ਕਿਵੇਂ। ਇਸ ਕਰਕੇ ਪਰਮਾਤਮਾ ਹੀ ਮਨ ਨੂੰ ਸ਼ਾਂਤੀ, ਕਈ ਵਾਰੀ ਦੁੱਖ ਦੇ ਸਮੇਂ ਵੀ ਪਰਮਾਤਮਾ ਹੀ ਮਨੁੱਖ ਨੂੰ ਇੱਕ ਹੌਸਲਾ ਦਿੰਦਾ ਹੈ, ਮਨ ਨੂੰ ਸ਼ਾਂਤੀ ਦਿੰਦਾ ਹੈ। ਅਤੇ ਸੁੱਖ ਦੇ ਸਮੇਂ ਵੀ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰੀਏ ਕਿ ਵਾਹਿਗੁਰੂ ਸਾਨੂੰ ਸੁੱਖ ਦੇ ਸਮੇਂ ਵੀ ਇਸ ਹਉਮੈ ਤੋਂ ਬਚਾ ਕੇ ਰੱਖੇ। ਜੋ ਨਰ ਦੁੱਖ ਮੇਂ ਦੁੱਖ ਨਹੀਂ ਮਾਨੇ, ਅਸੀਂ ਦੁੱਖ ਵਿੱਚ ਵੀ ਸਾਨੂੰ ਜ਼ਿਆਦਾ ਦੁੱਖ ਸਾਡੇ ਮਨ ਨੂੰ ਅਸੀਂ ਨਹੀਂ ਮੰਨਦੇ, ਅਸੀਂ ਦੁੱਖ ਵਿੱਚ ਵੀ ਉਸਦੀ ਸ਼ਰਨ ਵਿੱਚ ਪੈ ਜਾਈਏ ਅਤੇ ਉਸ ਟਾਈਮ ਉਹ ਦੁੱਖ ਵੀ ਸਾਨੂੰ ਇਹ ਨਿਰਲੇਪ ਹੀ ਲੱਗੇਗਾ। ਸਾਨੂੰ ਉਹ ਦੁੱਖ ਵਿੱਚ ਵੀ ਸਾਨੂੰ ਹੌਸਲਾ ਮਿਲੇਗਾ। ਸੱਚੇ ਪਾਤਸ਼ਾਹ ਜੀ ਸਾਨੂੰ ਇੱਕ ਤਾਕੀਦ ਕਰਦੇ ਹਨ ਕਿ ਮਨੁੱਖ ਨੂੰ ਆਪਣਾ ਇਹ ਅਨਮੋਲ ਜਨਮ ਇਵੇਂ ਵਿਅਰਥ ਨਹੀਂ ਗਵਾਉਣਾ ਚਾਹੀਦਾ ਅਤੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋਣਾ ਚਾਹੀਦਾ ਹੈ ਕਿ ਅੰਤ ਵਿੱਚ ਵੀ ਉਹ ਪਰਮਾਤਮਾ ਹੀ ਸਹਾਈ ਹੁੰਦਾ ਹੈ ਜੋ ਸਾਨੂੰ ਇਸ ਸੰਸਾਰਿਕ ਸਮੁੰਦਰ ਤੋਂ, ਇਸ ਜੋ ਵਿਕਾਰਾਂ ਨਾਲ ਭਰਿਆ ਹੋਇਆ ਹੈ, ਇਸ ਤੋਂ ਮੁਕਤੀ ਉਹ ਪਰਮਾਤਮਾ ਹੀ ਦਿਲਾ ਸਕਦਾ ਹੈ। हे ਸੱਚੇ ਪਾਤਸ਼ਾਹ ਜੀ, ਮਿਹਰ ਕਰਨਾ ਅਤੇ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।